ਸਤਿ ਸ਼੍ਰੀ ਅਕਾਲ ਜੀ। ਮੈਂ ਅਨਾਮਿਕਾ ਸੰਧੂ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜ਼ਿੰਦਗੀ ਵਿਦ ਅਨਾਮਿਕਾ ਮੇਰੇ YouTube ਚੈਨਲ ਦੇ ਵਿੱਚ। ਤੇ ਅੱਜ ਦਾ ਅਨਟੋਲਡ ਸਟੋਰੀਜ਼ ਦਾ ਐਪੀਸੋਡ 2 ਹੈ, ਸੈਕਿੰਡ ਹੈ। ਸੋ ਅੱਜ ਦੀ ਜਿਹੜੀ ਕਹਾਣੀ ਹੈ ਬੜੀ ਹੀ ਗੰਭੀਰ ਕਹਾਣੀ ਹੈ, ਬੜੀ ਹੀ ਤੁਸੀਂ ਕਹਿ ਸਕਦੇ ਹੋ ਸੰਵੇਦਨਸ਼ੀਲ ਹੈ, ਕਿਉਂਕਿ ਇਸ ਕਹਾਣੀ ਦੇ ਵਿੱਚ ਜਿਹੜਾ ਮੁੱਖ ਪਾਤਰ ਹੈ ਉਹ ਬਹੁਤ ਛੋਟਾ ਹੈ, ਜਿਸ ਦੀ ਉਮਰ ਮਹਿਜ ਹੀ ਆਪਾਂ ਕਹਿ ਸਕਦੇ ਹਾਂ ਕਿ 3 ਸਾਲ ਦੀ ਹੈ ਨਾ। ਇਹ ਕਹਾਣੀ ਹੈ ਇੱਕ ਸ਼ਹਿਰ ਦੇ ਵਿੱਚ ਇੱਕ ਬੱਚੇ ਦੀ ਜੋ ਹਜੇ ਸਕੂਲ ਦੇ ਵਿੱਚ ਪੜ੍ਹਨਾ ਸ਼ੁਰੂ ਹੋਇਆ, ਜਿਹਨੇ ਹਜੇ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਪਹਿਲਾ ਕਦਮ ਚੁੱਕਿਆ ਹੈ ਨਾ। ਥੋੜੇ ਟਾਈਮ ਪਹਿਲਾਂ 2-3 ਮਹੀਨੇ ਪਹਿਲਾਂ ਮੇਰੇ ਕੋਲ ਇੱਕ ਕੇਸ ਆਇਆ। ਇਸ ਕੇਸ ਦੇ ਵਿੱਚ ਮੇਰੇ ਨਾਲ ਜਿਹੜੀ ਰੂਬਰੂ ਹੋਏ, ਜਿਹੜੇ ਮੇਰੇ ਨਾਲ ਮੁਲਾਕਾਤ ਕੀਤੀ, ਉਹ ਸੀ ਬੱਚੇ ਦੇ ਮਾਤਾ ਪਿਤਾ। ਬੱਚੇ ਦੀ ਉਮਰ ਮਹਿਜ ਹੀ 3 ਸਾਲ ਦੀ। ਬੱਚੇ ਨੂੰ ਸਕੂਲੇ ਪੜ੍ਹਨੇ ਪਾਇਆ ਗਿਆ ਤਾਂ ਉੱਥੋਂ ਦੇ ਹੀ ਸਕੂਲ ਦੇ ਇੱਕ ਸਪੋਰਟ ਟੀਚਰ ਨੇ ਬੱਚੇ ਦੇ ਨਾਲ ਸ਼ੋਸ਼ਣ ਕੀਤਾ। ਸਰੀਰਕ ਸ਼ੋਸ਼ਣ ਤਾਂ ਹੋਇਆ ਹੀ, ਪਰ ਬੱਚੇ ਦੇ ਨਾਲ ਮਾਨਸਿਕ ਸ਼ੋਸ਼ਣ ਵੀ ਹੋਇਆ, ਕਿਉਂਕਿ 3 ਸਾਲ ਦੇ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਲਈ ਕੀ ਚੰਗਾ ਹੈ ਤੇ ਮੇਰੇ ਲਈ ਕੀ ਮਾੜਾ ਹੈ ਨਾ। ਤੇ ਇਹ ਜਿਹੜੀ ਜੰਗ ਹੈ ਬੜੀ ਕਹਿ ਸਕਦੇ ਹਾਂ ਕਿ ਇੱਕ ਤਾਂ ਗਰਮੀ ਔਰ ਉੱਪਰੋਂ ਬੱਚੇ ਦੇ ਮਾਤਾ ਪਿਤਾ ਪੰਜਾਬੀ ਨਾ ਹੋਣ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਥਾਣਿਆਂ ਦੇ ਵਿੱਚ ਜਿਹੜਾ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਹਸਪੀਟਲ ਦੇ ਵਿੱਚ ਜਿੰਨੇ ਚੱਕਰ ਲਗਾਉਣੇ ਪਏ, ਉਹ ਸਾਰਾ ਕੁਝ ਤੁਹਾਡੇ ਨਾਲ ਮੈਂ ਡਿਸਕਸ ਕਰੂੰਗੀ ਅੱਜ। ਸੋ ਗੱਲ ਕਰਦੇ ਹਾਂ ਕਿ ਮੇਰੇ ਕੋਲ ਕਿਸ ਤਰ੍ਹਾਂ ਇਹ ਕੇਸ ਆਇਆ। ਇੱਕ ਬੱਚਾ ਜਿਹਦੀ ਉਮਰ 3 ਸਾਲ, ਬੱਚਾ ਸਕੂਲ ਦੇ ਵਿੱਚ ਜਾਂਦਾ ਹੈ ਔਰ ਸਕੂਲ ਦੇ ਵਿੱਚ ਗਏ ਨੂੰ ਹਜੇ ਮਹੀਨਾ ਹੀ ਹੁੰਦਾ ਤੇ ਬੱਚੇ ਨਾਲ ਇਹ ਘਟਨਾ ਵਾਪਰਦੀ ਹੈ। ਮੇਰੇ ਕੋਲੇ ਇੱਕ ਦਿਨ ਸ਼ਾਮ ਦੇ ਟਾਈਮ ਮੇਰੀ ਵੈਬਸਾਈਟ ਦੇ ਥਰੂ ਫੋਨ ਆਂਦਾ ਹੈ ਔਰ ਮੈਨੂੰ ਦੱਸਿਆ ਜਾਂਦਾ ਹੈ ਕਿ ਐਸਾ ਕਰਕੇ ਮੇਰੇ ਬੱਚੇ ਦੇ ਨਾਲ ਇਹ ਘਟਨਾ ਵਾਪਰੀ ਹੈ। ਤਾਂ ਮੈਂ ਪੂਰੀ ਜਿਹੜਾ ਫਾਦਰ ਹੈ, ਫਾਦਰ ਦੀ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇਹ ਦੱਸੋ ਕਿ ਬੱਚੇ ਨੇ ਸਭ ਤੋਂ ਪਹਿਲਾਂ ਆ ਕੇ ਕਿਸ ਨੂੰ ਦੱਸਿਆ। ਤਾਂ ਉਹਨਾਂ ਨੇ ਦੱਸਿਆ ਕਿ ਮਾਂ ਨੂੰ ਦੱਸਿਆ। ਤਾਂ ਮਾਂ ਨਾਲ ਮੈਂ ਗੱਲਬਾਤ ਕਰਨਾ ਚਾਹੁੰਦੀ ਸੀ, ਮੈਂ ਮਿਲਣਾ ਚਾਹੁੰਦੀ ਸੀ। ਤਾਂ ਮੈਂ ਉਹਨਾਂ ਨੂੰ ਕਿਹਾ, ਬੱਚੇ ਦੇ ਪਿਤਾ ਨੂੰ ਕਿਹਾ ਕਿ ਮੈਨੂੰ ਮਾਂ ਦੇ ਨਾਲ ਗੱਲ ਕਰਵਾਈ ਜਾਵੇ। ਤਾਂ ਜਦੋਂ ਮਾਂ ਨਾਲ ਮੈਂ ਗੱਲਬਾਤ ਕੀਤੀ ਤਾਂ ਮਾਂ ਬਹੁਤ ਹੀ ਜ਼ਿਆਦਾ ਇੱਕ ਸਦਮੇ ਦੇ ਵਿੱਚ ਸੀ, ਕਿਉਂਕਿ ਜਿਹੜਾ ਬੱਚਾ ਸੀ ਉਹ ਮੇਲ ਚਾਈਲਡ ਸੀ, ਬੇਟਾ ਸੀ ਉਹਨਾਂ ਦਾ, ਹਨਾ। ਔਰ ਉਹ ਖੁਦ ਹੈਰਾਨ ਸੀ ਕਿ ਲੋਕ ਕੁੜੀਆਂ ਦਾ ਤਾਂ ਸ਼ੋਸ਼ਣ ਕਰਦੇ ਨੇ, ਕੁੜੀਆਂ ਦਾ ਤਾਂ ਬਲਾਤਕਾਰ ਕਰਦੇ ਨੇ, ਪਰ ਲੋਕ ਮੁੰਡਿਆਂ ਨੂੰ ਵੀ ਨਹੀਂ ਛੱਡਦੇ। ਮਤਲਬ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਇੰਨੀ ਜ਼ਿਆਦਾ ਗਿਰ ਚੁੱਕੀ ਹੈ ਕਿ ਉਹ ਇਹ ਨਹੀਂ ਦੇਖਦੇ ਹੈਗੇ ਕਿ ਕੁੜੀ ਦਾ ਸਰੀਰ ਹੈ ਜਾਂ ਮੁੰਡੇ ਦਾ ਸਰੀਰ ਹੈ, ਹਨਾ। ਤੇ ਉਹਨਾਂ ਨੂੰ ਮੈਂ ਮੁਲਾਕਾਤ ਕਰਨ ਵਾਸਤੇ ਕਿਹਾ ਕਿ ਮੈਨੂੰ ਆ ਕੇ ਮਿਲੋ, ਮੈਂ ਮਿਲਣਾ ਚਾਹੁੰਦੀ ਹਾਂ। ਕਿਉਂਕਿ ਜਦੋਂ ਇਦਾਂ ਦੇ ਕੇਸ ਆਉਂਦੇ ਨੇ ਤਾਂ ਉਹਦੇ ਵਿੱਚ ਬੱਚੇ ਦੀ ਤਾਂ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਪਰ ਮਾਤਾ ਪਿਤਾ ਦੀ ਵੀ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਅਸਲ ਦੇ ਵਿੱਚ ਉਹਨਾਂ ਦੀ ਮਾਨਸਿਕ ਸਥਿਤੀ ਜਾਣਨੀ ਬੜੀ ਜ਼ਰੂਰੀ ਹੁੰਦੀ ਹੈ। ਤਾਂ ਜੰਗ ਹਜੇ ਸ਼ੁਰੂ ਹੋਣੀ ਸੀ, ਹਜੇ ਤਾਂ ਸ਼ੁਰੂਆਤ ਸੀ। ਸੋ ਸਭ ਤੋਂ ਪਹਿਲਾਂ ਤਾਂ ਬੱਚਾ ਬਹੁਤ ਛੋਟਾ ਸੀ, ਲੇਕਿਨ ਜਿਹੜੇ ਪੇਰੈਂਟਸ ਸੀ, ਜਿਹੜੇ ਮਾਪੇ ਸੀ, ਉਹਨਾਂ ਦੀ ਕਾਉਂਸਲਿੰਗ ਕਰਨੀ ਬੜੀ ਜ਼ਰੂਰੀ ਸੀ। ਕਿਉਂਕਿ ਫਾਦਰ ਦਾ ਕਹਿਣਾ ਸੀ ਕਿ ਬਦਨਾਮੀ ਹੋਊਗੀ, ਲੋਕ ਕੀ ਕਹਿਣਗੇ, ਤਾਂ ਆਪਾਂ ਇੱਥੋਂ ਭੱਜ ਜਾਂਦੇ ਹਾਂ। ਪਰ ਮਾਂ ਸੀ, ਉਹ ਡਟੀ ਹੋਈ ਸੀ ਕਿ ਨਹੀਂ, ਜੇ ਉਸ ਇਨਸਾਨ ਨੇ ਅੱਜ ਮੇਰੇ ਬੱਚੇ ਨਾਲ ਗਲਤ ਕੀਤਾ ਨਾ, ਤੇ ਜੇ ਮੈਂ ਉਹਨੂੰ ਸਜ਼ਾ ਨਾ ਦਵਾਈ ਤਾਂ ਉਹ ਪਤਾ ਨਹੀਂ ਕਿੰਨੇ ਬੱਚਿਆਂ ਦੇ ਨਾਲ ਗਲਤ ਕਰੇਗਾ, ਔਰ ਸ਼ਾਇਦ ਕੀਤਾ ਵੀ ਹੋਵੇ। ਤਾਂ ਇਸ ਕਰਕੇ ਮੈਂ ਉਹਨੂੰ ਸਜ਼ਾ ਦਿਵਾਉਣੀ ਹੀ ਦਿਵਾਉਣੀ ਹੈ, ਔਰ ਇੱਕ ਵਾਰੀ ਆਪਣੇ ਸਾਹਮਣੇ ਖੜਾ ਕੇ ਉਹਨੂੰ ਜ਼ਰੂਰ ਪੁੱਛਣਾ ਹੈ ਕਿ ਤੂੰ ਮੇਰੇ ਬੱਚੇ ਦੇ ਨਾਲ ਅਜਿਹਾ ਕਿਉਂ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਉਂਸਲਿੰਗ ਹੋਈ ਔਰ ਉਸ ਤੋਂ ਬਾਅਦ ਦੋਨਾਂ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਦੱਸੋ ਕਿ ਅਸਲ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੋ। ਕਿਉਂਕਿ ਇੱਕ ਵਾਰੀ ਅਗਰ ਤੁਸੀਂ ਇਸ ਲੜਾਈ ਨੂੰ ਸ਼ੁਰੂ ਕਰ ਦਿੱਤਾ ਤਾਂ ਤੁਹਾਡਾ ਪਿੱਛੇ ਮੁੜਨਾ ਥੋੜਾ ਔਖਾ ਹੋ ਜਾਏਗਾ। ਸਾਡੀ ਐਨਜੀਓ ਤਾਂ ਤੁਹਾਡੇ ਨਾਲ ਸਾਥ ਦੇਗੀ, ਪਰ ਪਤਾ ਨਹੀਂ ਸਮਾਜ ਦੇ ਵਿੱਚ ਤੁਹਾਡੇ ਨਾਲ ਕੌਣ ਖੜੇਗਾ ਤੇ ਕੌਣ ਨਹੀਂ ਖੜੇਗਾ। ਪਰ 2 ਦਿਨਾਂ ਬਾਅਦ ਮੈਨੂੰ ਫੋਨ ਆਂਦਾ ਕਿ ਅਸੀਂ ਤਿਆਰ ਹਾਂ ਔਰ ਅਸੀਂ ਇਹ ਲੜਾਈ ਲੜਨਾ ਚਾਹੁੰਦੇ ਹਾਂ। ਤਾਂ ਸਾਡੀ ਲੜਾਈ ਦੀ ਸ਼ੁਰੂਆਤ ਹੁੰਦੀ ਹੈ ਸਕੂਲ ਤੋਂ। ਸੋ ਅਸੀਂ ਪਹਿਲਾਂ ਸਕੂਲ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਹਾਂ ਕਿ ਕਿਉਂਕਿ ਤੁਹਾਡੇ ਸਕੂਲ ਦੇ ਹੀ ਇੱਕ ਪਰਸਨ ਨੇ ਇਸ ਤਰ੍ਹਾਂ ਕੀਤਾ, ਤਾਂ ਸਾਰਾ ਕੁਝ। ਉਸ ਤੋਂ ਬਾਅਦ FIR ਹੁੰਦੀਆਂ ਨੇ, ਬੱਚੇ ਦਾ ਮੈਡੀਕਲ ਪਹਿਲਾਂ ਹੋ ਚੁੱਕਿਆ ਸੀ, FIR ਹੋ ਚੁੱਕੀ ਸੀ, ਲੇਕਿਨ ਉਹਦੇ ਉੱਪਰ ਜਿਹੜਾ ਸੀ ਕਾਰਵਾਈ ਨਹੀਂ ਸੀ ਚੰਗੀ ਤਰੀਕੇ ਨਾਲ ਹੋ ਰਹੀ ਸੀ। ਸੋ ਉਹਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਹੈਗੇ ਨੇ SSP ਹੋ ਗਏ, DC ਹੋ ਗਏ,
ਉਹਨਾਂ ਤੱਕ ਇਸ ਕੇਸ ਨੂੰ ਪਹੁੰਚਾਇਆ ਗਿਆ, ਉਹਨਾਂ ਦੀ ਨਿਗਾਹ ਦੇ ਵਿੱਚ ਇਹ ਕੇਸ ਲਿਆਂਦਾ ਗਿਆ ਕਿ ਦਿਸ ਇਜ਼ ਅ ਵੈਰੀ ਸੈਂਸਿਟਿਵ ਕੇਸ ਔਰ ਇਹਨੂੰ ਕਹਿੰਦੇ ਨੇ ਨਾ ਕਿ ਪਹਿਲੇ ਨੰਬਰ ਤੇ ਇਸ ਨੂੰ ਹੱਲ ਕੀਤਾ ਜਾਵੇ, ਸੋਲਵ ਕੀਤਾ ਜਾਵੇ। ਤਾਂ ਅਸੀਂ ਜਿਹੜੀ ਲੜਾਈ ਲੜੀ ਹੈ ਉਸ ਦੇ ਵਿੱਚ ਹੁਣ ਸਾਨੂੰ ਜਿਹੜਾ ਹੈਗਾ ਇੱਕ ਗੱਲ ਇਹ ਪਤਾ ਚੱਲੀ ਹੈ ਜਿਹੜੀ ਬਹੁਤ ਸੋਚਣ ਤੇ ਮਜਬੂਰ ਕਰਦੀ ਹੈ, ਕਿਉਂਕਿ ਅਸੀਂ ਜਦੋਂ ਉਸ ਪੇਰੈਂਟਸ ਨੇ ਜਦੋਂ ਉਸ ਬੰਦੇ ਨੂੰ ਮਿਲੇ ਤਾਂ ਉੱਥੇ ਜਦੋਂ ਉਹਦੇ ਪਰਿਵਾਰ ਨੂੰ ਮਿਲੇ ਤਾਂ ਪਤਾ ਲੱਗਿਆ ਕਿ ਉਹ ਬੰਦਾ ਨਿਊਲੀ ਮੈਰਿਡ, ਅਜੇ ਨਵਾਂ ਵਿਆਹਿਆ ਹੋਇਆ ਸੀ ਉਹ, ਔਰ ਉਹਦੇ ਵਾਈਫ ਦੇ ਹੱਥ ਦੇ ਵਿੱਚ ਚੂੜਾ ਪਾਇਆ ਹੋਇਆ ਸੀ। ਅਸੀਂ ਉੱਥੇ ਸੋਚਣ ਨੂੰ ਮਜਬੂਰ ਹੋ ਗਏ ਕਿ ਕਿਸੇ ਇਨਸਾਨ ਦੀ ਲਸਟ ਜਿਹੜੀ ਹਵਸ ਹੁੰਦੀ ਹੈ ਉਹ ਕਿਸ ਹੱਦ ਤੱਕ ਜਾ ਸਕਦੀ ਹੈ ਕਿ ਉਹ ਆਪਣੀ ਨਵੀਂ ਵਿਆਹੀ ਜਿਹੜੀ ਹੈਗੀ ਘਰ ਵਾਲੀ ਵੀ ਹੈਗੀ ਹੈ, ਬਟ ਫਿਰ ਵੀ ਉਸ ਬੰਦੇ ਨੇ ਉਸ ਛੋਟੇ ਜਿਹੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ, ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਔਰ ਉਸ ਤੋਂ ਬਾਅਦ ਸਕੂਲ ਨੇ ਵੀ ਜਿਹੜੀ ਫੀਸ ਸੀ ਵਾਪਸ ਕਰਨ ਦਾ ਜਿਹੜਾ ਸਾਨੂੰ ਭਰੋਸਾ ਦਿਵਾਇਆ, ਔਰ ਸ਼ਾਇਦ ਕੁਝ ਫੀਸ ਵਾਪਸ ਵੀ ਕਰ ਚੁੱਕੇ ਨੇ ਪੇਰੈਂਟਸ ਨੂੰ। ਲੇਕਿਨ ਇਹਦੇ ਵਿੱਚ ਸਾਨੂੰ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਜਿਹੜੀ ਮਦਦ ਮਿਲੀ ਡੀਸੀ, ਉਸ ਸ਼ਹਿਰ ਦੇ ਡੀਸੀ ਔਰ ਐਸਐਸਪੀ ਵੱਲੋਂ, ਔਰ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੇ ਸਾਡੀ ਆਵਾਜ਼ ਨੂੰ ਕਹਿੰਦੇ ਨੇ ਕਿ ਸੁਣਿਆ, ਸਾਡੀ ਰਿਕੁਐਸਟ ਉਹਨਾਂ ਨੇ ਸੁਣੀ, ਔਰ ਬਹੁਤ ਹੀ ਚੰਗਾ ਲੱਗਿਆ ਕਿ ਜਿਹੜੀ ਸਾਡੀ ਉਹਨਾਂ ਨੇ ਮਦਦ ਕੀਤੀ। ਕਿਉਂਕਿ ਜਿਹੜੇ ਪੇਰੈਂਟਸ ਸੀ ਬੱਚੇ ਦੀ ਉਹ ਪੰਜਾਬੀ ਨਹੀਂ ਸੀ, ਉਹ ਬਾਹਰ ਦੇ ਸੀ, ਕਿਸੇ ਅਦਰ ਸਟੇਟ ਦੇ ਸੀ, ਤਾਂ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ ਕਿ ਸਾਨੂੰ ਸਮਝ ਨਹੀਂ ਆ ਰਿਹਾ ਹੈਗਾ ਕਿ ਅਸੀਂ ਪੁਲਿਸ ਕੋਲੇ ਜਾਈਏ, ਅਸੀਂ ਕਿਹਦੇ ਕੋਲੇ ਜਾਈਏ, ਤੇ ਸਾਨੂੰ ਕੁਝ ਵੀ ਰਾਹ ਨਹੀਂ ਪੈ ਰਿਹਾ ਹੈਗਾ। ਸੋ ਸਾਡੀ ਐਨਜੀਓ ਨੇ ਅਸੀਂ ਆਪਣਾ ਕੰਮ ਕੀਤਾ, ਲੇਕਿਨ ਖੁਸ਼ੀ ਇਸ ਗੱਲ ਦੀ ਹੋਈ ਕਿ ਜਿਹੜਾ ਦੋਸ਼ੀ ਹੈ ਉਹ ਇਸ ਸਮੇਂ ਕਹਿੰਦੇ ਨੇ ਜੇਲ੍ਹ ਦੇ ਵਿੱਚ ਹੈ ਨਾ, ਔਰ ਉਹ ਕਹਿੰਦੇ ਨੇ ਕਿ ਜੋ ਉਹਨੇ ਕਰਮ ਕੀਤਾ ਸੀ, ਜਿਹੜਾ ਉਹਨੇ ਮਾੜਾ ਕਰਮ ਕੀਤਾ ਸੀ, ਉਹਦੀ ਉਹ ਸਜ਼ਾ ਭੁਗਤ ਰਿਹਾ ਹੈ। ਔਰ ਹਾਲਾਂਕਿ ਉਹਨੇ ਪਟੀਸ਼ਨ ਵੀ ਪਾਈ, ਉਹਨੇ ਬੇਲ ਵਾਸਤੇ ਵੀ ਅਰਜ਼ੀ ਕੀਤੀ, ਲੇਕਿਨ ਕੋਰਟ ਨੇ ਉਸ ਨੂੰ ਖਾਰਿਜ ਕਰ ਦਿੱਤਾ ਗਿਆ, ਕਿਉਂਕਿ 3 ਸਾਲ ਦਾ ਬੱਚਾ ਬਹੁਤ ਹੀ ਛੋਟਾ ਬੱਚਾ ਹੁੰਦਾ, ਉਹ ਤਾਂ ਆਪਣਾ ਸੁਸੂ ਪੋਟੀ ਵੀ ਨਹੀਂ ਚੰਗੀ ਤਰ੍ਹਾਂ ਦੱਸ ਸਕਦਾ ਹੁੰਦਾ ਕਿ ਮੈਨੂੰ ਸੁਸੂ ਆਇਆ ਜਾਂ ਮੈਂ ਪੋਟੀ ਕਰਨੀ ਆ ਜਾਂ ਮੈਂ ਕੀ ਖਾਣਾ ਜਾਂ ਮੈਂ ਕੀ ਨਹੀਂ ਖਾਣਾ ਹੈਗਾ, ਉਹਦਾ ਢਿੱਡ ਦੁਖ ਰਿਹਾ, ਉਹਦਾ ਸਿਰ ਦੁਖ ਰਿਹਾ, ਉਹ ਕੁਝ ਵੀ ਨਹੀਂ ਦੱਸ ਸਕਦਾ ਹੁੰਦਾ। ਔਰ ਇੰਨੇ ਛੋਟੇ ਬੱਚੇ ਨੂੰ ਦੇ ਨਾਲ ਸ਼ੋਸ਼ਣ ਕਰਨਾ, ਉਸ ਦਾ ਰੇਪ ਕਰਨਾ, ਇਹ ਜਿਹੜੀ ਘਟਨਾ ਹੈ ਮਤਲਬ ਬਹੁਤ ਹੀ ਜ਼ਿਆਦਾ ਕਹਿੰਦੇ ਨੇ ਕਿ ਸਾਡੀ ਇਨਸਾਨੀਅਤ ਨੂੰ ਬਹੁਤ ਜ਼ਿਆਦਾ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ। ਸੋ ਇਸੇ ਕਰਕੇ ਸਾਡੀ ਜਿਹੜੀ ਐਨਜੀਓ ਹੈ ਲਗਾਤਾਰ ਇਹੀ ਕੰਮ ਕਰ ਰਹੀ ਹੈ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਾ ਕੇ, ਪਲੇਵੇਜ਼ ਦੇ ਵਿੱਚ ਜਾ ਕੇ, ਜਾਂ ਜਿਸ ਤਰ੍ਹਾਂ ਪਾਰਕ ਹੋ ਗਏ ਜਾਂ ਮਾਲ ਹੋ ਗਏ, ਉੱਥੇ ਜਾ ਕੇ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਗੁੱਡ ਐਂਡ ਬੈਡ ਟੱਚ ਬਾਰੇ ਅਵੇਅਰ ਕੀਤਾ ਜਾਵੇ, ਉਹਨਾਂ ਨੂੰ ਸਮਝਾਇਆ ਜਾਵੇ ਕਿ ਕਿੰਨਾ ਇੰਪੋਰਟੈਂਟ ਟੌਪਿਕ ਹੈ, ਇਸ ਦੇ ਉੱਪਰ ਕਿੰਨੀ ਜ਼ਿਆਦਾ ਬੱਚਿਆਂ ਦੇ ਨਾਲ ਗੱਲ ਕਰਨੀ ਕਿੰਨੀ ਜ਼ਰੂਰੀ ਹੈ। ਬੜੇ ਸਾਰੇ ਕੇਸ ਨੇ ਇੱਦਾਂ ਦੇ, ਬੜੇ ਸਾਰੇ ਕਿੱਸੇ ਤੇ ਕਹਾਣੀਆਂ ਨੇ। ਕੋਸ਼ਿਸ਼ ਕਰੂੰਗੀ ਕਿ ਹਰ ਹਫਤੇ ਕੋਈ ਨਾ ਕੋਈ ਕੇਸ ਤੁਹਾਡੇ ਨਾਲ ਡਿਸਕਸ ਕਰਾਂ, ਔਰ ਇਸ ਕਰਕੇ ਡਿਸਕਸ ਕਰਾਂ ਤਾਂ ਕਿ ਤੁਸੀਂ ਵੀ ਅਵੇਅਰ ਹੋਵੋ, ਤੁਹਾਨੂੰ ਵੀ ਪਤਾ ਲੱਗੇ ਕਿ ਹਾਂ ਸਮਾਜ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਚੰਗਾ ਸਪਰਸ਼ ਅਤੇ ਮਾੜੇ ਸਪਰਸ਼ ਬਾਰੇ ਜਾਣਕਾਰੀ ਦੇਣੀ ਕਿਉਂ ਜ਼ਰੂਰੀ ਹੈ। ਬੱਚਿਆਂ ਨੂੰ ਗੁੱਡ ਐਂਡ ਬੈਡ ਟੱਚ ਦੱਸਣਾ ਬਹੁਤ ਜ਼ਰੂਰੀ ਹੈ, ਆਪਣੇ ਬੱਚਿਆਂ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ, ਬੱਚਿਆਂ ਦੇ ਨਾਲ ਬੈਠਣਾ, ਬੱਚਿਆਂ ਦੀ ਗੱਲਾਂ ਸੁਣਨੀਆਂ, ਆਪਣੇ ਬਾਰੇ ਦੱਸਣਾ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਕੁਝ ਕਹਾਣੀਆਂ ਨੇ, ਕੁਝ ਕਿੱਸੇ ਨੇ ਜਿਹੜੇ ਹਜੇ ਤੱਕ ਤੁਹਾਡੇ ਕੋਲ ਨਹੀਂ ਪਹੁੰਚੇ ਹੈਗੇ ਲੇਕਿਨ ਮੇਰੇ ਕੋਲੇ ਪਹੁੰਚੇ ਨੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ, ਔਰ ਕੋਸ਼ਿਸ਼ ਕਰੂੰਗੀ ਜਲਦੀ ਹੀ ਜਿਹੜਾ ਐਪੀਸੋਡ 3 ਹੈ ਉਹ ਮੈਂ ਜਲਦੀ ਹੀ ਤੁਹਾਡੇ ਵਾਸਤੇ ਲੈ ਕੇ ਆਵਾਂ। ਔਰ ਉਮੀਦ ਹੈ ਕਿ ਇਸ ਜਿਹੜੀ ਪੂਰੇ ਐਪੀਸੋਡ 2 ਨੂੰ ਤੁਸੀਂ ਸੁਣੋਗੇ ਔਰ ਕਮੈਂਟਸ ਦੇ ਵਿੱਚ ਜਿਹੜਾ ਹੈਗਾ ਆਪਣੇ ਵਿਊਜ਼ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋਗੇ। ਧੰਨਵਾਦ ਜੀ।